ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਫੁਰਮਾਨ ਹੈ ਕਿ ਜਿਹੜਾ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨਾ ਚਾਹੁੰਦਾ ਹੈ ਜਾਂ ਪ੍ਰੀਤ ਕਰਦਾ ਹੈ ਨਾ, ਉਹ ਇਨਸਾਨ ਅਕਾਲ ਪੁਰਖ ਪਰਮਾਤਮਾ ਨੂੰ ਲੱਭਣ ਵਾਸਤੇ ਫਿਰ ਢੰਗ ਯਤਨ ਤੇ ਕੋਸ਼ਿਸ਼ ਜ਼ਰੂਰ ਕਰਦਾ ਹੈ। ਜਿਸ ਦੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਪ੍ਰੀਤ ਹੀ ਨਹੀਂ ਹੈ, ਜਿਸ ਦਾ ਪਰਮਾਤਮਾ ਦੇ ਨਾਲ ਕੋਈ ਨੇਹ ਨਹੀਂ ਹੈ, ਉਹ ਕਦੀ ਵੀ ਯਤਨ ਨਹੀਂ ਕਰੇਗਾ। ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਜੋ ਹੈ ਉਹ ਗੁਣਾਂ ਦੇ ਕਰਕੇ, ਚੰਗਿਆਈਆਂ ਕਰਕੇ, ਪਵਿੱਤਰ ਜੀਵਨ ਕਰਕੇ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਇਸ ਮਨ ਨੂੰ ਵਿਕਾਰਾਂ ਵੱਲੋਂ ਰੋਕ ਕੇ ਜਦੋਂ ਅਸੀਂ ਗੁਰੂ ਕੋਲ ਆਉਣੇ ਆ ਤੇ ਗੁਰੂ ਇਸ ਮਨ ਨੂੰ ਪਵਿੱਤਰ ਕਰ ਦਿੰਦਾ ਹੈ। ਤੇ ਜਦੋਂ ਮਨ ਪਵਿੱਤਰ ਹੋ ਜਾਂਦਾ ਹੈ ਉਦੋਂ ਹੌਲੀ ਹੌਲੀ ਬੰਦਾ ਦਇਆ ਕਰਨ ਲੱਗ ਜਾਂਦਾ ਹੈ। ਸ਼ੁਭ ਵਿਚਾਰ ਉਹਨੂੰ ਚੰਗੇ ਲੱਗਣ ਲੱਗਦੇ ਨੇ। ਅਕਾਲ ਪੁਰਖ ਪਰਮਾਤਮਾ ਜੀ ਦੀ ਇਸ ਬਣਾਈ ਹੋਈ ਸ੍ਰਿਸ਼ਟੀ ਦੇ ਨਾਲ ਸਨੇਹ ਕਰਨ ਲੱਗ ਜਾਂਦਾ ਹੈ ਤੇ ਹੌਲੀ ਹੌਲੀ ਉਹ ਬੰਦਾ ਅਵਗੁਣ ਛੱਡ ਕੇ ਗੁਣ ਕਰਨ ਲੱਗ ਪੈਂਦਾ ਹੈ। ਤੇ ਜਦੋਂ ਗੁਣ ਕਰਦਾ ਹੈ ਤੇ ਗੁਣਾ ਕਰਕੇ ਇਸ ਨੂੰ ਭਗਤੀ ਪ੍ਰਾਪਤ ਹੁੰਦੀ ਹੈ। ਮਹਾਰਾਜ ਜੀਆਂ ਦੀ ਪਵਿੱਤਰ ਬਾਣੀ ਦਾ ਫੁਰਮਾਨ ਨੇ, ਵਿਣ ਗੁਣ ਕੀਤੇ ਭਗਤ ਨਾ ਹੋਏ। ਇਸ ਦਾ ਪਵਿੱਤਰ ਸ਼ਬਦ ਦਾ ਮਤਲਬ ਇਹੀ ਹੈ ਕਿ ਜੇ ਬੰਦਾ ਗੁਣ ਕਰੇਗਾ ਤੇ ਉਹਨੂੰ ਰੱਬ ਦਾ ਨਾਮ ਪ੍ਰਾਪਤ ਹੋ ਸਕਦਾ ਹੈ, ਤੇ ਜੇ ਗੁਣ ਹੀ ਨਹੀਂ ਕਰੇਗਾ ਬੰਦਾ ਤੇ ਉਹਨੂੰ ਰੱਬ ਦਾ ਨਾਮ ਕਿਵੇਂ ਲੱਭੇਗਾ, ਕਿਵੇਂ ਪ੍ਰਾਪਤ ਹੋਏਗਾ। ਸੋ ਇਸ ਕਰਕੇ ਬੰਦਾ ਦਇਆ ਕਰਦਾ ਹੈ, ਦਾਨ ਕਰਦਾ ਹੈ, ਦੁੱਖ ਸੁੱਖ ਵੰਡਾਉਂਦਾ ਹੈ ਦੂਜਿਆਂ ਦੇ ਨਾਲ, ਚੰਗੇ ਬੋਲ ਬੋਲਦਾ ਹੈ, ਰਸਨਾ ਤੋਂ ਮਿੱਠਾ ਬੋਲਦਾ ਹੈ। ਔਰ ਇਹ ਸਭ ਨਿਸ਼ਾਨੀਆਂ ਅਕਾਲ ਪੁਰਖ ਪਰਮਾਤਮਾ ਜੀ ਦੀ ਭਗਤੀ ਪ੍ਰਾਪਤ ਕਰਨ ਵਾਲੇ ਦੀਆਂ ਹੁੰਦੀਆਂ ਨੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਇਹ ਤਿੰਨ ਕੀ ਗੁਣ ਨੇ। ਇਹ ਤਿੰਨ ਗੁਣ ਮਹੱਤਵਪੂਰਨ ਨੇ ਤੇ ਬਹੁਤ ਜ਼ਿਆਦਾ ਲਾਜ਼ਮੀ ਹਨ ਕਿ ਖਵਣ ਸੋ ਅੱਖਰ, ਖਵਣ ਗੁਣ, ਕਵਣ ਸੋ ਮਣੀਆਂ ਮੰਤ। ਉਹਨਾਂ ਨੂੰ ਸਵਾਲ ਕੀਤਾ ਵੀ ਕਿਹੜਾ ਉਹ ਅੱਖਰ ਹੈ, ਕਿਹੜੇ ਉਹ ਗੁਣ ਨੇ, ਕਿਹੜੇ ਕੰਮ ਨੇ ਜਿਨ੍ਹਾਂ ਦੇ ਨਾਲ ਰੱਬ ਨੂੰ ਪ੍ਰਾਪਤ ਕੀਤਾ ਜਾ ਸਕੇ। ਸੋ ਉਹਨਾਂ ਨੇ ਕਹਿ ਦਿੱਤਾ, ਨਿਮਣ ਸੋ ਅੱਖਰ, ਖਵਣ ਗੁਣ, ਜਿਹਬਾ ਮਣੀਆਂ ਮੰਤ। ਜੀਭ ਤੋਂ ਮਿੱਠਾ ਬੋਲਦਾ ਹੋਵੇ ਬੰਦਾ, ਚੰਗੇ ਗੁਣ ਕਰਦਾ ਹੋਵੇ ਤੇ ਨਿਮਰਤਾ ਹੋਵੇ। ਨਿਮਣ ਸੋ ਅੱਖਰ, ਖਵਣ ਗੁਣ, ਜਿਹਬਾ ਮਣੀਆਂ ਮੰਤ। ਇਹ ਤ੍ਰੈ ਭੈਣੇ ਵੇਸ ਕਰ। ਹੇ ਰੱਬ ਦੇ ਪਿਆਰੇ ਜੀਵ, ਇਹ ਤਿੰਨ ਕੁ ਵੇਸ ਕਰ ਲੈ ਤਾਂ ਬਸ ਆਵੀ ਕੰਤ। ਤਾਂ ਅਸੀਂ ਅਕਾਲ ਪੁਰਖ ਪਰਮਾਤਮਾ ਨੂੰ ਮਿਲ ਸਕਦੇ ਆ, ਲੱਭ ਸਕਦੇ ਆ। ਪਰ ਅਸੀਂ ਤਾਂ ਰੋਟੀ ਖਾ ਰਹੇ ਹਾਂ, ਸੁੱਖ ਦੀ ਰੋਟੀ ਖਾ ਰਹੇ ਹਾਂ, ਧੀਆਂ ਪੁੱਤਰ ਸਭ ਕੁਝ ਹੈ ਸਾਡੇ ਕੋਲ। ਮਨੁੱਖ ਸੋਚੇਗਾ ਕਿ ਅਸੀਂ ਰੱਬ ਨੂੰ ਲੱਭਣਾ ਕਿਉਂ ਹੈ, ਪ੍ਰਾਪਤ ਕਿਉਂ ਕਰਨਾ ਹੈ, ਅਸੀਂ ਪਰਮਾਤਮਾ ਨੂੰ ਪ੍ਰਾਪਤ ਕਿਉਂ ਕਰਨਾ ਹੈ ਜਦੋਂ ਸਭ ਕੁਝ ਖਾਣ ਪੀਣ ਨੂੰ ਸਾਡੇ ਕੋਲ ਸੰਸਾਰ ਦੇ ਵਿੱਚ ਹੈ। ਜਿਹੜੀ ਚੀਜ਼ ਅਦ੍ਰਿਸ਼ਟ ਸਾਨੂੰ ਦੇਸੀ ਕੋਈ ਨਹੀਂ ਰਹੀ, ਉਸ ਨੂੰ ਅਸੀਂ ਲੱਭ ਕੇ ਕੀ ਕਰਨਾ ਹੈ, ਅਸੀਂ ਉਸ ਪਰਮਾਤਮਾ ਨੂੰ ਮਿਲ ਕੇ ਕੀ ਕਰਨਾ ਹੈ। ਕਿਉਂਕਿ ਰੱਬ ਦੇ ਕੋਲੋਂ ਮੰਗਣ ਵਾਸਤੇ, ਦਾਤਾ ਮੰਗਣ ਵਾਸਤੇ ਜਾਣਾ ਹੈ, ਰੱਬ ਜੀਆਂ ਦੇ ਕੋਲੋਂ ਸੁੱਖ ਮੰਗਣ ਵਾਸਤੇ ਜਾਣਾ ਹੈ। ਤੇ ਜੇ ਪਹਿਲਾਂ ਹੀ ਸੁੱਖ ਹੈ ਬੰਦੇ ਦੇ ਕੋਲ, ਸਭ ਕੁਝ ਹੈ ਬੰਦੇ ਦੇ ਕੋਲ, ਤੇ ਫਿਰ ਉਹ ਰੱਬ ਜੀਆਂ ਦੇ ਕੋਲ ਕਿਉਂ ਜਾਂਦਾ ਹੈ। ਅਸਲ ਦੇ ਵਿੱਚ ਸਾਨੂੰ ਹਰ ਵਕਤ ਅਕਾਲ ਪੁਰਖ ਪਰਮਾਤਮਾ ਜੀਆਂ ਦੇ ਕੋਲ ਆਉਣਾ ਹੀ ਪੈਂਦਾ ਹੈ। ਕਿਉਂਕਿ ਸਤਿਗੁਰੂ ਅਜਿਹਾ ਹੈ, ਪਿਛਲੇ ਅਵਗੁਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਹੋ ਸਕਦਾ ਹੈ ਵੀ ਕਿਤੇ ਨਾ ਕਿਤੇ ਬੰਦੇ ਦੇ ਕੋਲੋਂ ਕੋਈ ਭੁੱਲਾਂ ਹੋ ਗਈਆਂ ਹੋਣ,
ਤੇ ਅਸੀਂ ਉਹਨਾਂ ਭੁੱਲਾਂ ਨੂੰ ਬਖਸ਼ਾਉਣ ਵਾਸਤੇ ਸਤਿਗੁਰੂ ਜੀ ਦੇ ਕੋਲ ਆਉਨੇ ਆ ਤੇ ਸਤਿਗੁਰੂ ਫਿਰ ਸਾਨੂੰ ਅੱਗੇ ਤੋਂ ਸੁਚੇਤ ਕਰਦੇ ਨੇ ਕਿ ਪਿਛਲੇ ਔਗਣ ਤੇਰੇ ਬਖਸ਼ ਲੈਂਦਾ ਹੈ ਅਕਾਲ ਪੁਰਖ ਪ੍ਰਮਾਤਮਾ। ਪਿਛਲੇ ਔਗਣ ਤੇਰੇ ਅਕਾਲ ਪੁਰਖ ਪ੍ਰਮਾਤਮਾ ਅਣਡਿੱਠ ਕਰ ਦਿੰਦਾ ਹੈ, ਅਣਦੇਖੇ ਕਰ ਦਿੰਦਾ ਹੈ ਤੇ ਅੱਗੇ ਤੋਂ ਸਿੱਧੇ ਮਾਰਗ ਤੇ ਚੱਲਣ ਦੇ ਵਾਸਤੇ ਪ੍ਰੇਰਿਤ ਕਰਦਾ ਹੈ। ਹਰ ਰੋਜ਼ ਜਦੋਂ ਅਸੀਂ ਗੁਰੂ ਕੋਲ ਆਉਣੇ ਆ ਤੇ ਸਾਨੂੰ ਗੁਰੂ ਸਭ ਤੋਂ ਪਹਿਲਾਂ ਇਹੀ ਆਖਦਾ ਹੈ ਕਿ ਜਦੋਂ ਵੀ ਗੁਰੂ ਕੋਲ ਆਵੇਂ ਅਕਾਲ ਪੁਰਖ ਪ੍ਰਮਾਤਮਾ ਜੀਆਂ ਦਾ ਨਾਮ ਜਪਣਾ ਹੈ ਤੇ ਨਾਮ ਜਪਦਿਆਂ ਜਪਦਿਆਂ ਇਹ ਨਹੀਂ ਆਖਣਾ ਕਿ ਮੇਰੇ ਅੰਦਰ ਹਉਮੈ ਆ ਗਈ ਹੈ ਜਾਂ ਮੈਂ ਪ੍ਰਮਾਤਮਾ ਜੀ ਦਾ ਬਹੁਤ ਵੱਡਾ ਭਗਤ ਬਣ ਗਿਆ ਜਾਂ ਮੈਂ ਬਹੁਤ ਵੱਡਾ ਦਾਨੀ ਹੈ। ਜਦੋਂ ਵੀ ਗੁਰੂ ਕੋਲ ਆਉਣਾ ਹੈ ਨੀਵੇਂ ਹੋ ਕੇ ਆਉਣਾ ਹੈ ਤੇ ਆਣ ਕੇ ਇੱਕ ਹੀ ਅਰਦਾਸ ਕਰਨੀ ਹੈ ਕਿ ਦਰਮਾਂ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ। ਇਹ ਅਕਾਲ ਪੁਰਖ ਪ੍ਰਮਾਤਮਾ ਜੀ ਤੇਰੇ ਤੋਂ ਬਿਨਾ ਮੇਰੀ ਕੋਈ ਸੰਭਾਲ ਕਰਨ ਵਾਲਾ ਨਹੀਂ ਹੈਗਾ, ਤੇਰੇ ਤੋਂ ਬਿਨਾ ਮੇਰੀ ਕੋਈ ਸੰਭਾਲ ਕਰਨ ਵਾਲਾ ਨਹੀਂ ਹੈਗਾ, ਕਿਉਂਕਿ ਇੱਕ ਤੂੰ ਹੀ ਹੈ ਜਿਹੜਾ ਸਾਡੇ ਦੋਸ਼ ਜਾਣਦਾ ਹੋਇਆ ਵੀ ਔਗਣ ਜਾਣਦਾ ਹੋਇਆ ਵੀ ਸਾਨੂੰ ਰਿਜ਼ਕ ਦੇਣਾ ਹੈ। ਕਿਉਂਕਿ ਇਹ ਰਿਜ਼ਕ ਦੇਣਾ ਬੰਦੇ ਨੂੰ ਇਉਂ ਲੱਗਦਾ ਕਿ ਸ਼ਾਇਦ ਇਹ ਸਾਡੇ ਹੱਥ ਦੇ ਵਿੱਚ ਹੈ, ਰੋਜ਼ੀ ਪ੍ਰਾਪਤ ਕਰਨੀ ਸਾਨੂੰ ਲੱਗਦਾ ਹੈ ਕਿ ਸਾਡੇ ਹੱਥ ਦੇ ਵਿੱਚ, ਪਰ ਸੁਖਮਨੀ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਏਕ ਭੀਨਾ ਦੇ 10 ਪੀਹਰਲੇ। ਜੇ ਰੱਬ ਇੱਕ ਵਸਤੂ ਜਿਹੜੀ ਤੂੰ ਮੰਗ ਰਿਹਾ ਜਿਹਦੇ ਕਰਕੇ ਤੇਰੀ ਨਾਰਾਜ਼ਗੀ ਰੱਬ ਨਾਲ ਹੈ ਉਹ ਵੀ ਨਾ ਦਵੇ ਤੇ ਜਿਹੜੀਆਂ ਤੇਰੇ ਕੋਲ 10 ਵਸਤੂਆਂ ਰੱਬ ਜੀਆਂ ਨੇ ਤੈਨੂੰ ਪਹਿਲਾਂ ਦੇ ਦਿੱਤੀਆਂ ਸਨ ਉਹ ਵੀ ਹਿਰ ਲਵੇ ਪ੍ਰਮਾਤਮਾ, ਖੋਹ ਲਵੇ। ਤੋ ਮੂੜਾ ਕਹੋ ਕਾਹ ਕਰੇ, ਤੇ ਮੂਰਖ ਇਨਸਾਨ ਤਦੋਂ ਫਿਰ ਕੀ ਕਰੇਗਾ, ਤੂੰ ਰੱਬ ਦਾ ਮੁਕਾਬਲਾ ਕਰ ਸਕਦਾ ਹੈ? ਅਕਾਲ ਪੁਰਖ ਪ੍ਰਮਾਤਮਾ ਜੀ ਦਾ ਮੁਕਾਬਲਾ ਕਰ ਸਕਦਾ ਹੈ? ਨਹੀਂ ਕਰ ਸਕਦਾ, ਕਿਉਂਕਿ ਜਲ ਤੇ ਥਲ ਕਰੇ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ। ਉਹ ਇੰਨੀ ਵੱਡੀ ਤਾਕਤ ਦਾ ਮਾਲਕ ਹੈ ਕਿ ਜਲ ਤੇ ਥਲ ਕਰੇ, ਜਿੱਥੇ ਬਹੁਤ ਜ਼ਿਆਦਾ ਜਲ ਹੈ, ਪਾਣੀ ਪਾਣੀ ਹੈ, ਉੱਥੇ ਧਰਤੀ ਬਣਾ ਸਕਦਾ ਹੈ। ਕੂਪ ਤੇ ਮੇਰ ਕਰਾਵੇ, ਤੇ ਜਿਹੜੀ ਖੂਹ ਵਰਗੀ ਜਗ੍ਹਾ ਹੈ ਉੱਥੇ ਮੇਰ ਪਰਬਤ ਜਿੱਡਾ ਪਹਾੜ ਬਣਾ ਸਕਦਾ ਹੈ। ਧਰਤੀ ਤੇ ਆਕਾਸ਼ ਚੜਾਵੇ, ਕਹਿੰਦੇ ਨੇ ਧਰਤੀ ਤੋਂ ਲੈ ਕੇ ਬੰਦੇ ਨੂੰ ਉਹ ਅਸਮਾਨੀ ਚੜਾ ਸਕਦਾ ਹੈ ਰੱਬ। ਚੜੇ ਆਕਾਸ਼ ਗਿਰਾਵੇ, ਤੇ ਕਹਿੰਦੇ ਨੇ ਜਿਹੜਾ ਆਕਾਸ਼ ਤੇ ਚੜਿਆ ਉਹਨੂੰ ਆਕਾਸ਼ ਤੇ ਚੜੇ ਹੋਏ ਨੂੰ ਡੇਗ ਸਕਦਾ ਹੈ। ਉਹ ਇੰਨੀ ਸਮਰੱਥਾ ਦਾ ਮਾਲਕ ਹੈ, ਉਹ ਬਹੁਤ ਵੱਡੀ ਤਾਕਤ ਦਾ ਮਾਲਕ ਹੈ ਪ੍ਰਮਾਤਮਾ। ਉਹ ਕੁਝ ਵੀ ਕਰਨ ਦੇ ਸਮਰੱਥ ਹੈ, ਇਸ ਕਰਕੇ ਰਿਜ਼ਕ ਸਾਨੂੰ ਵਾਹਿਗੁਰੂ ਹੀ ਦਿੰਦਾ ਹੈ। ਪਰ ਜੇ ਇਨਸਾਨ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਕੁਝ ਮੁਕਾਬਲਾ ਕਰਨਾ ਚਾਹਵੇ, ਆਖੇ ਕਿ ਨਹੀਂ ਰਿਜ਼ਕ ਰੱਬ ਨਹੀਂ ਦਿੰਦਾ, ਇਹ ਤਾਂ ਮੇਰੇ ਹੱਥ ਦੇ ਵਿੱਚ ਹੈ, ਤੇ ਕਹਿੰਦੇ ਨੇ ਅਕਾਲ ਪੁਰਖ ਪ੍ਰਮਾਤਮਾ ਅਜਿਹਾ ਹੈ ਕਿ ਉਹ ਜਦੋਂ ਵੀ ਜੀਵ ਨੂੰ ਚਾਹੇ ਉਹ ਲਿਜਾ ਸਕਦਾ ਹੈ, ਜਦੋਂ ਜੀਵ ਨੂੰ ਚਾਹੇ। ਕਿਉਂਕਿ ਸਾਨੂੰ ਲੱਗਦਾ ਹੈ ਕਿ ਪ੍ਰਮਾਤਮਾ ਸਾਡਾ ਕੀ ਵਿਗਾੜ ਸਕਦਾ ਹੈ, ਪ੍ਰਮਾਤਮਾ ਸਾਡੇ ਨਾਲ ਕੀ ਕਰ ਸਕਦਾ ਹੈ। ਪਰ ਕਬੀਰ ਸਾਹਿਬ ਜੀ ਇੱਕ ਗੱਲ ਕਹਿੰਦੇ ਨੇ, ਕਹਿੰਦੇ ਇਸ ਸੰਸਾਰ ਦੇ ਵਿੱਚ ਇੱਕ ਤਾਂ ਅਕਾਲ ਪੁਰਖ ਪ੍ਰਮਾਤਮਾ ਹੈ ਹੀ ਜਿਹੜਾ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ, ਔਰ ਇੱਕ ਵੈਦ ਹੈ, ਡਾਕਟਰ, ਜਿਹਦੇ ਕੋਲ ਲੋਕ ਜਾਂਦੇ ਨੇ ਤੇ ਆਪਣੀ ਬਿਮਾਰੀ, ਆਪਣੇ ਅੰਦਰ ਦਾ ਰੋਗ ਦੱਸਦੇ ਨੇ ਤੇ ਉਹ ਰੋਗ ਨੂੰ ਠੀਕ ਕਰ ਦਿੰਦਾ ਹੈ ਤੇ ਬੰਦੇ ਦੇ ਸਵਾਸ ਹੋਰ ਅਗਾਂਹ ਲਈ ਚੱਲਣ ਲੱਗ ਪੈਂਦੇ ਨੇ, ਬੰਦੇ ਦੇ ਅੰਦਰ ਦੀ ਬਿਮਾਰੀ ਕੱਟ ਦਿੰਦਾ ਹੈ, ਰੋਗ ਕੱਟ ਦਿੰਦਾ ਹੈ। ਪਰ ਕਹਿੰਦੇ ਹੁਣ ਉਹ ਡਾਕਟਰ ਨੂੰ ਸੰਸਾਰ ਦੇ ਲੋਕ ਵੀ ਕਹਿਣ ਲੱਗ ਪਏ ਕਿ ਪਹਿਲਾਂ ਤਾਂ ਪ੍ਰਮਾਤਮਾ ਤੇ ਦੂਜਾ ਰੱਬ ਡਾਕਟਰ ਹੈ, ਭਾਵ ਕਿ ਉਹ ਜੀਵਨ ਦਾਨ ਦਿੰਦਾ ਹੈ, ਕਿਸੇ ਦੇ ਜੀਵਨ ਨੂੰ ਬਚਾਉਂਦਾ ਹੈ। ਜਦੋਂ ਇੰਨੀ ਗੱਲ ਲੋਕਾਂ ਦੇ ਮੂੰਹੋਂ ਸੁਣੀ ਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਹੋ ਸਕਦਾ ਹੈ ਵੀ ਜਿਹੜਾ ਵੈਦ ਹੈ ਉਹਨੂੰ ਇਹ ਭੁਲੇਖਾ ਪੈ ਜਾਵੇ ਕਿਧਰੇ ਵੀ ਮੈਨੂੰ ਤਾਂ ਹੁਣ ਕੋਈ ਦੁੱਖ ਪੋ ਹੀ ਨਹੀਂ ਸਕਦਾ, ਮੈਨੂੰ ਕੋਈ ਵਿਕਾਰ ਜਾਂ ਪੋ ਹੀ ਨਹੀਂ ਸਕਦਾ, ਤੇ ਮੌਤ ਵਿਆਪਣੀ ਨਹੀਂ ਹੈ, ਕਿਉਂਕਿ ਮੇਰੇ ਕੋਲ ਦਾਰੂ ਹੈ, ਮੇਰੇ ਕੋਲ ਦਵਾਈ ਹੈ। ਜੇ ਕੋਈ ਰੋਗ ਲੱਗੇਗਾ ਤੇ ਮੈਂ ਉਸ ਔਖਦ ਨੂੰ, ਉਸ ਦਵਾਈ ਨੂੰ ਖਾਵਾਂਗਾ ਤੇ ਉਹ ਰੋਗ ਜਿਹੜਾ ਹੈ ਉਹ ਮਿਟ ਜਾਏਗਾ। ਤੇ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਵੈਦ ਕਹੇ ਹਉ ਹੀ ਭਲਾ। ਵੈਦ ਕਹਿੰਦਾ ਹੈ ਕਿ ਮੈਂ
ਭਲਾ ਵਾਂ, ਭਾਵ ਕਿ ਮੇਰੇ ਕੋਲ ਹਰ ਇੱਕ ਮਰਜ਼ ਦਾ ਇਲਾਜ ਹੈ, ਹਰ ਇੱਕ ਰੋਗ ਦਾ ਇਲਾਜ ਹੈ। दारू ਮੇਰੇ ਵੱਸ, ਤੇ ਮੌਤ ਜਿਹੜੀ ਹੈ, ਰੋਗ ਮੈਨੂੰ ਕੋਈ ਵਿਆਪਣਾ ਨਹੀਂ ਹੈ, ਤੇ ਮੌਤ ਤੋਂ ਡਰ ਨਹੀਂ ਲੱਗਦਾ। ਇਹ ਤੋਂ ਵਸਤ ਗੋਪਾਲ ਕੀ ਕਹਿੰਦੇ, ਇਹ ਸਰੀਰ ਵਸਤੂ, ਇਹ ਅਕਾਲ ਪੁਰਖ ਪਰਮਾਤਮਾ ਜੀ ਦੀ ਵਸਤੂ ਹੈ। ਜੈ ਭਾਵੇਂ ਲੈ ਖਸ, ਜਦੋਂ ਉਹਨੂੰ ਚੰਗਾ ਲੱਗੇ ਉਹਨੇ ਇਹ ਨਹੀਂ ਵੇਖਣਾ ਵੀ ਇਹਨੂੰ ਪਹਿਲਾਂ ਬੁਖਾਰ ਚੜਾਉਣਾ ਹੈ ਫਿਰ ਇਹਨੂੰ ਲੈ ਕੇ ਜਾਣਾ, ਉਹਨੇ ਰੋਟੀ ਖਾਂਦੇ ਨੂੰ ਵੀ ਚੁੱਕ ਕੇ ਲੈ ਜਾਣਾ ਹੈ। ਇਹ ਤੋਂ ਵਸਤ ਗੋਪਾਲ ਕੀ, ਇਹ ਰੱਬ ਜੀ ਦੀ ਵਸਤੂ ਹੈ। ਇਹ ਸਰੀਰ ਰੱਬ ਜੀ ਦਾ ਦਿੱਤਾ ਹੋਇਆ ਹੈ ਸਾਨੂੰ, ਤੇ ਜਦੋਂ ਉਹਨੂੰ ਚੰਗਾ ਲੱਗੇ ਉਹ ਚੁੱਕ ਕੇ ਲੈ ਜਾਂਦਾ ਹੈ। ਉਹ ਨਹੀਂ ਵੇਖਦਾ ਵੀ ਇਹ ਅਜੇ ਬਚਪਨ ਹੈ, ਇਹ ਨੌਜਵਾਨ ਹੈ, ਇਹ ਬਿਰਧ ਹੈ। ਉਹਨੂੰ ਇਸ ਨਾਲ ਕੋਈ ਮਤਲਬ ਨਹੀਂ। ਉਹਦੀ ਪੱਕੀ ਡਿਊਟੀ ਕਾਲ ਦੀ ਜਿਹੜੀ ਹੈ, ਸਮੇਂ ਦੀ ਪੱਕੀ ਇਹ ਡਿਊਟੀ ਲਾ ਦਿੱਤੀ ਹੈ ਵੀ ਜਿਹੜਾ ਤੇਰਾ ਨਿਰਭਰ ਹੈ, ਜਿਹੜਾ ਤੇਰਾ ਦਿੱਤਾ ਹੋਇਆ ਸਮਾਂ ਹੈ, ਉਹ ਕਦੇ ਵੀ ਆ ਸਕਦਾ। ਹੋ ਸਕਦਾ ਵੀ ਉਹ ਖੁਸ਼ੀ ਦਾ ਸਮਾਂ ਹੋਵੇ, ਤੇ ਖੁਸ਼ੀ ਦੇ ਸਮੇਂ ਦੇ ਵਿੱਚ ਹੁੰਦਾ ਹੈ ਨਾ ਕਦੀ ਇਹੋ ਜਿਹਾ ਵੀ ਬਹੁਤ ਖੁਸ਼ੀਆਂ ਵਾਲਾ ਮਾਹੌਲ ਹੁੰਦਾ ਹੈ, ਤੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ। ਇਹ ਰੱਬ ਜੀਆਂ ਦੇ ਨਾਲ ਕੋਈ ਮੁਕਾਬਲਾ ਨਹੀਂ ਕਰ ਸਕਦਾ। ਬੰਦਾ ਜਿੰਨੀ ਮਰਜੀ ਮੁਰਕਰ ਹੋਈ ਜਾਵੇ ਵੀ ਮੈਂ ਰੱਬ ਦੀ ਹੋਂਦ ਨੂੰ ਮੰਨਦਾ ਨਹੀਂ ਆ, ਮੈਂ ਰੱਬ ਜੀਆਂ ਨੂੰ ਕੀ ਸਿਮਰ ਕੇ ਰਹਿਣਾ, ਰੋਟੀ ਪਾਣੀ ਵਧੀਆ ਚੱਲੀ ਜਾਂਦਾ, ਵੀ ਕਿਸ ਕਰਕੇ ਅਸੀਂ ਪ੍ਰਮਾਤਮਾ ਨੂੰ ਸਿਰ ਝੁਕਾਉਣਾ। ਅਸਲ ਦੇ ਵਿੱਚ ਪ੍ਰਮਾਤਮਾ ਜੀ, ਅਕਾਲ ਪੁਰਖ ਪ੍ਰਮਾਤਮਾ ਨੂੰ, ਗੁਰੂ ਤੇ ਪਰਮੇਸ਼ਰ ਦੋਨੇ ਇੱਕੋ ਨੇ। ਹੁਣ ਰੱਬ ਜਦੋਂ ਵੀ ਸੰਸਾਰ ਦੇ ਵਿੱਚ ਆਵੇਗਾ ਤੇ ਉਹ ਕਿਸੇ ਨਾ ਕਿਸੇ ਸਰੀਰ ਦੇ ਵਿੱਚ ਆਵੇਗਾ, ਕਿਸੇ ਨਾ ਕਿਸੇ ਜੁਗਤੀ ਦੇ ਨਾਲ ਸਾਨੂੰ ਸਮਝਾਉਣ ਵਾਸਤੇ ਆਵੇਗਾ। ਇਸ ਕਰਕੇ ਸਰੀਰ ਨੂੰ ਸਰੀਰ ਹੀ ਸਮਝਾ ਸਕਦਾ ਹੈ ਨਾ, ਦੂਜਾ ਸਰੀਰ ਸਮਝਾ ਸਕਦਾ। ਸੋ ਰੱਬ ਨੂੰ ਵੀ ਫਿਰ ਕੋਈ ਜੁਗਤੀ ਧਾਰ ਕੇ ਸਰੀਰ ਧਾਰਨ ਕਰਨਾ ਪੈਂਦਾ ਹੈ। ਫਿਰ ਉਹਦੇ ਲਈ ਪੀਰ ਫਕੀਰ ਗੁਰੂ ਸਾਹਿਬਾਨ ਚੰਗੇ ਭਗਤ ਭਲੇ ਪੁਰਸ਼ ਸੰਸਾਰ ਦੇ ਵਿੱਚ ਆਉਂਦੇ ਨੇ। ਉਹ ਫਿਰ ਸੰਸਾਰ ਦੇ ਵਿੱਚ ਆ ਕੇ ਸਾਨੂੰ ਸਿੱਖਿਆਵਾਂ ਦਿੰਦੇ ਨੇ। ਇਵੇਂ ਸਾਨੂੰ ਕਿਵੇਂ ਪਤਾ ਲੱਗਦਾ ਕਿ ਅਕਾਲ ਪੁਰਖ ਪਰਮਾਤਮਾ ਜੀਆਂ ਨੇ ਸਾਡੇ ਜੀਵਨ ਦੀ ਇੱਕ ਲਿਮਟ ਬੰਦੀ ਹੋਈ ਹੈ, ਇੱਕ ਲਿਮਟ ਬੱਧੀ ਹੋਈ। ਸਾਨੂੰ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੇ ਦੱਸਿਆ ਕਿ ਬਾਲ ਜਵਾਨੀ ਔਰ ਬਿਰਧ तीन अवस्था जान, ये तीन की अवस्था ने तेरे उपर आउणियां, बचपन जवानी अते बिरध, उस तो कोई अगे अवस्था नहीं हैगी। उस तो अगे केवल तां केवल मौत है। जे गुरबाणी ने सानू आख्या समझाया, गुरु साहिबान आए उन्होंने सानू समझाया, सानू पता लग्या। इस करके रब किसी शरीर दे विच आके सानू समझाउंदा है कि भलिया ये जिहड़ा शरीर दी जिहड़ी उम्र है वो घटदी जा रही है। सानू नहीं पता सी किवें घटदी, सानू गुरु साहिबान ने दस्सिया। छिन छिन औद बिहात है फूटे घट जो पानी, कहंदे ने छिन छिन हर वक्त हर टाइम हर समय दे विच तेरी उम्र घटदी है, जिवें टुटे होए घड़े दे विचों पानी। जिस घड़े नूं त्रेड़ आई होवे ते ओहदे विचों तुपका तुपका करके हौली हौली करके वो पानी एक दिन खत्म हो जाता है। इवें शरीर दे विच तेरे श्वास ने ते ये श्वास श्वास करके तेरी उम्र जिहड़ी है वो घट रही है। जिवें टुटे हुए घड़े दे विच पानी है, इवें करके तेरी उम्र घटदी पई है। सो इस करके चेतना है तो चेत लै निस दिन में प्राणी। जे चेतना है तो दिन रात करके उस परमात्मा नूं चेते कर ले, उस वाहिगुरू नूं चेते कर ले। औद घटै दिन सरै नारे, दिन रात करके तेरी उम्र घटदी जा रही है। दिन रात करके गुरु साहिबान आए, उन्होंने सानू दसिया। पर जदों रब दा प्यारा कोई संसार दे विच आया ते जिन्हां ने सानू गुण दिते, चंगियाइयां दित्तियां, ते उन्हां दी फिर संसार दे बहुते लोग निंदिया करन लग पे। बहुते लोग निंदिया करन लग पे ते महाराज साहब श्री गुरु नानक साहब सच्चे पातशाह जी कहन लगे कि निंदिया ये लोग तां करदे ने, ये हार चुके लोग ने। निंदिया करनी हारे हुए मनुख की निशानी है। हारन तो भाव जिहड़ा अपने उद्यम दे नाल कामयाब नहीं हो सकिया, वो कामयाब बंदे नूं वेख के, सफल होए बंदे नूं वेख के उस दी फिर निंदिया करन लग पैंदा है।
ਉਸ ਨੂੰ ਫਿਰ ਬੁਰਾ ਭਲਾ ਆਖਣ ਲੱਗ ਪੈਂਦਾ, ਦੂਜਿਆਂ ਨੂੰ ਕਹਿਣ ਲੱਗ ਪੈਂਦਾ ਕਿ ਕੋਈ ਚੰਗੀ ਇਹਦੇ ਕੋਲ ਵਿਦਿਆ ਨਹੀਂ ਸੀ, ਕੋਈ ਚੰਗਾ ਇਹਦੇ ਕੋਲ ਗੁਣ ਨਹੀਂ ਸੀ। ਆਪਾਂ ਇਦਾਂ ਹੀ ਕਹਿੰਦੇ ਆ ਨਾ, ਜਿਹੜਾ ਬੰਦਾ ਸਫਲ ਹੋ ਜਾਵੇ ਤੇ ਅਸਫਲ ਹੋਇਆ ਬੰਦਾ ਫਿਰ ਉਸ ਸਫਲ ਦੀ ਨਿੰਦਿਆ ਕਰਨ ਲੱਗ ਪੈਂਦਾ ਵੀ ਇਹਦੇ ਕੋਲ ਨਾ ਤਾਂ ਚੰਗੀ ਵਿਦਿਆ ਸੀ, ਨਾ ਕੋਈ ਚੰਗਾ ਗੁਣ ਸੀ, ਐਵੇਂ ਕੋਈ ਸਿਫਾਰਿਸ਼ ਲੱਗੀ ਹੈ ਤੇ ਚੰਗੇ ਕੰਮ ਤੇ ਲੱਗ ਗਿਆ, ਚੰਗੀ ਨੌਕਰੀ ਤੇ ਲੱਗ ਗਿਆ, ਸਿਫਾਰਿਸ਼ ਚੰਗੀ ਸੀ। ਇਹ ਹਾਰੇ ਹੋਏ ਬੰਦੇ ਦੀ ਨਿਸ਼ਾਨੀ ਹੈ। ਇਵੇਂ ਹੀ ਰੱਬ ਨੂੰ ਜਿਨ੍ਹਾਂ ਨੂੰ ਪ੍ਰਾਪਤ ਕਰ ਲਿਆ ਉਹ ਤਾਂ ਕਹਿਣ ਲੱਗ ਪਏ ਕਿ ਕੋਈ ਭੇਦ ਨਹੀਂ ਹੈਗਾ। ਹੁਣ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਤੇ ਮੇਰੇ ਵਿੱਚ, ਭਾਵ ਕਿ ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਆਣ ਕੇ ਟਿਕ ਗਿਆ। ਮੇਰੇ ਸਾਹਮਣੇ ਪਰਮਾਤਮਾ ਬੈਠਾ ਹੈ, ਮੈਨੂੰ ਉਹਨੇ ਦਰਸ਼ਨ ਦਿੱਤੇ। ਉਹਨਾਂ ਨੇ ਕਿਸੇ ਨੇ ਰੱਖ ਦਿੱਤਾ ਨਾਮ ਪਰਮਾਤਮਾ ਜੀ ਦਾ ਗੋਪਾਲ, ਧਰਤੀ ਨੂੰ ਪਾਲਣ ਵਾਲਾ। ਕਿਸੇ ਨੇ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਰੱਖ ਦਿੱਤਾ ਕੇਸੋ, ਕੇਸਾਂ ਵਾਲਾ। ਔਰ ਕਿਸੇ ਨੇ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਰੱਖ ਦਿੱਤਾ ਰਾਮ, ਰਮਿਆ ਹੋਇਆ ਸਾਰਿਆਂ ਦੇ ਵਿੱਚ ਮੌਜੂਦ ਹੈ। ਕਿਸੇ ਨੇ ਪਰਮਾਤਮਾ ਨੂੰ ਆਖ ਦਿੱਤਾ ਅਕਾਲ, ਅਕਾਲ ਤੋਂ ਭਾਵ ਜਿਹੜਾ ਜੂਨੀਆਂ 'ਚ ਨਹੀਂ ਆਉਂਦਾ, ਜਨਮ ਮਰਦਾ ਨਹੀਂ ਹੈ, ਸਮੇਂ ਦੇ ਅਸਰ ਨਹੀਂ ਹੁੰਦਾ ਉਹਦਾ। ਜਿਹੜਾ ਸਮਾਂ ਹੈ, ਸਮਾਂ ਸਾਡੇ ਤੇ ਅਸਰ ਕਰਦਾ ਹੈ, ਪਰਮਾਤਮਾ ਤੇ ਅਸਰ ਕੋਈ ਨਹੀਂ ਕਰਦਾ। ਉਹ ਅਕਾਲ ਹੈ, ਸਾਡੇ ਉੱਪਰ ਕਾਲ ਹੈ, ਔਰ ਉਹ ਅਕਾਲ ਪੁਰਖ ਪਰਮਾਤਮਾ ਅਕਾਲ ਹੈ। ਤੇ ਪਰਮਾਤਮਾ ਕਿਸੇ ਨੇ ਨਾਮ ਰੱਖ ਦਿੱਤਾ ਪਵਿੱਤਰ ਆਤਮਾ ਪਰਮਾਤਮਾ ਦੇ, ਕਿਸੇ ਨੇ ਅੱਲਾ ਕਹਿ ਦਿੱਤਾ, ਕਿਸੇ ਨੇ ਖੁਦਾ ਕਹਿ ਦਿੱਤਾ। ਸੋ ਸਭ ਨੇ ਵੱਖਰੇ ਵੱਖਰੇ ਨਾਮ ਰੱਖੇ, ਪਰ ਜਿਨ੍ਹਾਂ ਨੇ ਨਾਮ ਰੱਖਿਆ ਉਹਨਾਂ ਨੂੰ ਲੱਭਾ, ਉਹਨਾਂ ਨੇ ਵੇਖਿਆ। ਔਰ ਜਿਹੜੇ ਹਾਰ ਗਏ ਫਿਰ ਉਹਨਾਂ ਜਿੱਤੇ ਹੋਏ ਲੋਕਾਂ ਨੂੰ ਉਹਨਾਂ ਨੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਉਹ ਕਹਿਣ ਲੱਗੇ ਵੀ ਜਾਂ ਤਾਂ ਸਾਨੂੰ ਕਰਾਮਾਤ ਵਿਖਾਵੋ, ਜਾਂ ਸਾਨੂੰ ਵੀ ਪਰਮਾਤਮਾ ਦਾ ਦਰਸ਼ਨ ਦਿਖਾਵੋ, ਨਹੀਂ ਤਾਂ ਅਸੀਂ ਕੋਈ ਨਹੀਂ ਮੰਨਦੇ ਵੀ ਤੁਹਾਡੇ ਕੋਲ ਵੀ ਪਰਮਾਤਮਾ ਹੈਗਾ ਕਿ ਨਹੀਂ ਹੈਗਾ, ਤੁਹਾਡੇ ਕੋਲ ਵੀ ਰੱਬ ਹੈ ਕਿ ਨਹੀਂ ਹੈਗਾ। ਸੋ ਅੱਜ ਦਾ ਜਿਹੜਾ ਪਵਿੱਤਰ ਸ਼ਬਦ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਇਹ 13ਵੀਂ ਅਸ਼ਟਪਦੀ ਦਾ 5ਵਾਂ ਪਦਾ ਹੈ, ਜਿਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਸੰਤ ਕਾ ਦੁਖੀ ਅੱਧ ਬੀਚ ਤੇ ਟੂਟੇ। ਸੰਤ ਕੀ ਨਿੰਦਿਆ ਕਰਨ ਵਾਲਾ, ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ, ਉਹਦੀ ਪ੍ਰੀਤ ਜਿਹੜੀ ਹੈ ਉਹ ਰੱਬ ਦੇ ਨਾਲ ਪੂਰੀ ਨਿਭਦੀ ਨਹੀਂ, ਅੱਧ ਬੀਜ ਤੇ ਟੁੱਟੇ। ਅੱਧ ਬੀਜ ਤੋਂ ਭਾਵ ਹੁੰਦਾ ਹੈ ਕਿ ਉਹਦੀ ਪ੍ਰੀਤ, ਉਹਦਾ ਜਿਹੜਾ ਪਰਮਾਤਮਾ ਨੂੰ ਲੱਭਣ ਦਾ ਸੁਭਾਅ ਨਾ ਹੁਣ ਵਿਚਾਲੇ ਰਹਿ ਗਿਆ। ਅਸੀਂ ਮਿਲਣ ਵਾਸਤੇ ਆਏ ਸੀ ਪਰਮਾਤਮਾ ਨੂੰ, ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੂੰ ਕੁਫੱਕੜੇ, ਭਾਵ ਕਿ ਕਿਸ ਅਵੇਸਲੇ ਰਾਹ ਦੇ ਉੱਤੇ ਪਿਆ ਹੋਇਆ, ਸਭ ਮੁੱਕਦੀ ਚੱਲੀ ਰਹਿਣ, ਤੇਰੀ ਉਮਰ ਬੀਤਦੀ ਜਾਂਦੀ ਹੈ, ਮੁੱਕਦੀ ਜਾਂਦੀ ਹੈ, ਭੈੜੇ ਪਾਸੇ ਲੱਗਾ ਹੋਇਆ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਇਹ ਸ਼ਬਦ ਹੈ ਕਿ ਰੱਬ ਨੂੰ ਮਿਲਣ ਦੀ ਇਹ ਤੇਰੀ ਵਾਰੀ ਹੈ, ਸਮਾਂ ਹੈ ਪਰਮਾਤਮਾ ਨੂੰ ਲੱਭਣ ਦਾ। ਇਸ ਮਨੁੱਖਾ ਜਾਮੇ ਦੇ ਵਿੱਚ ਵੀ ਪਰਮਾਤਮਾ ਲੱਭਿਆ ਜਾ ਸਕਦਾ ਹੈ, ਪਰ ਕਹਿੰਦੇ ਨੇ ਇਹ ਜਿਹੜਾ ਦੋਖੀ ਹੈ, ਸੰਤਾਂ ਦੀ ਨਿੰਦਿਆ ਕਰਨ ਵਾਲਾ, ਇਹਦੀ ਪ੍ਰੀਤ ਅੱਧ ਵਿਚਾਲੇ ਰਹਿ ਜਾਂਦੀ ਹੈ, ਇਹਦੀ ਪ੍ਰੀਤ ਨਿਭਦੀ ਨਹੀਂ ਹੈ। ਜਿਵੇਂ ਗੁਰਬਾਣੀ ਕਹਿੰਦੀ ਹੈ ਝੂਠੇ ਕੀਰੇ ਝੂਠ ਪ੍ਰੀਤ ਛੁਟਕੀ ਰੇ, ਮਨ ਛੁਟਕੀ ਰੇ। ਜਿਹੜਾ ਝੂਠਾ ਬੰਦਾ ਹੋਵੇ ਨਾ ਤੇ ਉਹਦੀ ਸੱਚੇ ਬੰਦੇ ਦੇ ਨਾਲ ਕਦੇ ਦੋਸਤੀ ਨਹੀਂ ਹੁੰਦੀ। ਇੱਕ ਸਾਧ ਹੋਵੇ ਤੇ ਇੱਕ ਹੋਵੇ ਚੋਰ, ਉਹਨਾਂ ਦੀ ਆਪਸ ਵਿੱਚ ਨਿਭੇਗੀ ਨਹੀਂ। ਜਾਂ ਤਾਂ ਸਾਧ ਨੂੰ ਆਪਣਾ ਪੈਰ ਪਿਛਾਂਹ ਹਟਾਉਣਾ ਪਏਗਾ ਤੇ ਜਾਂ ਫਿਰ ਚੋਰ ਹੀ ਆਖੇਗਾ ਵੀ ਨਹੀਂ, ਹਰ ਵੇਲੇ ਤੂੰ ਤਾਂ ਰੱਬ ਦੀਆਂ ਹੀ ਗੱਲਾਂ ਕਰੀ ਜਾਂਦਾ, ਮੇਰੀ ਤੇਰੇ ਨਾਲ ਦੋਸਤੀ ਨਹੀਂ ਬਣ ਪਾਉਣੀ। ਸੋ ਇਸ ਕਰਕੇ ਸੰਤ ਕੀ ਨਿੰਦਿਆ ਕਰਨ ਵਾਲੇ, ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲੇ ਦੀ ਪ੍ਰੀਤ ਅੱਧ ਵਿੱਚ ਟੁੱਟ ਜਾਂਦੀ ਹੈ। ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੇ। ਹੁਣ ਇਹ ਗੱਲ ਸਪਸ਼ਟ ਹੋ ਗਈ ਨਾ, ਜਿਹੜਾ ਬੰਦਾ ਨਿੰਦਿਆ ਕਰਦਾ ਉਹ ਕਾਜ ਕੋਈ ਨਹੀਂ ਕਰਦਾ, ਉਹ ਸਫਲ ਕੋਈ ਨਹੀਂ ਹੁੰਦਾ, ਉਹ ਹਾਰਿਆ ਹੋਇਆ ਮਨੁੱਖ ਹੈ, ਉਹ ਆਪਣੀ ਜ਼ਿੰਦਗੀ ਦੇ ਵਿੱਚ ਅਸਫਲ ਹੋਇਆ ਮਨੁੱਖ ਹੈ। ਉਹ ਫਿਰ ਕੀ ਕਰਦਾ ਹੈ, ਉਹ ਕੰਮ ਤਾਂ ਉਹਨੇ ਕੋਈ ਪੂਰਾ ਕੀ ਕਰਨਾ ਹੈ, ਆਪਣੇ ਕਾਰਜ ਨੂੰ ਤਾਂ ਕੀ ਸਵਾਰਨਾ ਹੈ, ਉਹ ਹੁਣ ਥਾਂ ਥਾਂ ਜਾ ਕੇ ਉਸ ਰੱਬ ਦੇ ਪਿਆਰਿਆਂ ਦੀ ਨਿੰਦਿਆ ਹੀ ਕਰਦਾ ਰਹਿੰਦਾ ਹੈ। ਅਕਾਲ ਪੁਰਖ ਪਰਮਾਤਮਾ ਜੀ ਦੇ ਮਿਲਣ ਵਾਲਿਆਂ ਦੀ ਨਿੰਦਿਆ ਕਰਦਾ ਰਹਿੰਦਾ ਹੈ। ਸੋ ਰੱਬ ਦੀ ਇਬਾਦਤ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ, ਤੇ ਉਹਨਾਂ ਨੇ ਆਪ ਹੀ ਕਹਿ ਦਿੱਤਾ ਕੋਈ ਆਖੇ ਭੂਤਨਾ ਕੋਈ ਕਹੇ ਬੇਤਾਲਾ,
ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਵੇਈ ਨਦੀ ਤੋਂ ਇਸ਼ਨਾਨ ਕਰਕੇ ਆਏ ਤੇ ਉਹਨਾਂ ਨੇ ਟਿਕਾਣਾ ਕੀਤਾ ਸਭ ਤੋਂ ਪਹਿਲਾਂ ਮਸਾਣਾ ਦੇ ਵਿੱਚ, ਮੜੀਆਂ ਦੇ ਵਿੱਚ। ਤੇ ਲੋਕਾਂ ਨੇ ਕਹਿ ਦਿੱਤਾ ਵੀ ਮੜੀਆਂ ਦੇ ਵਿੱਚ ਤਾਂ ਲੋਕੀ ਮੁਰਦੇ ਨੂੰ, ਸਰੀਰ ਨੂੰ ਫੂਕਣ ਵਾਸਤੇ ਜਾਣ ਤਦੋਂ ਵੀ ਘੜੀ ਦੀ ਘੜੀ ਜਾਂਦੇ, ਉਸ ਤੋਂ ਬਾਅਦ ਵਾਪਸ ਆ ਜਾਂਦੇ ਨੇ। ਸੋ ਗੁਰੂ ਨਾਨਕ ਸਾਹਿਬ ਜੀ ਨੇ ਟਿਕਾਣਾ ਹੀ ਇੱਥੇ ਕਰ ਲਿਆ। ਤੇ ਉਹਨਾਂ ਨੇ ਪੁੱਛਿਆ ਵੀ ਕੀ ਗੱਲ ਮਸਾਣਾ ਦੇ ਵਿੱਚ ਟਿਕਾਣਾ ਕਿਉਂ ਕੀਤਾ? ਕਹਿੰਦੇ ਰੱਬ ਜੀਆਂ ਨੂੰ ਮਿਲਣ ਵਾਸਤੇ ਤਰੀਕਾ ਹੀ ਇਹ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ। ਇਹ ਮਰਨ ਤੋਂ ਭਾਵ ਕੇ ਮਰੇ ਹੋਏ ਬੰਦੇ ਦੀ ਨਿਸ਼ਾਨੀ ਇਹ ਹੈ ਕਿ ਉਹਨੂੰ ਪਾਣੀ 'ਚ ਸੁੱਟ ਦਿਓ, ਉਹਨੂੰ ਅੱਗ 'ਚ ਸਾੜ ਦਿਓ, ਉਹਨੂੰ ਧਰਤੀ 'ਚ ਦੱਬ ਦਿਓ, ਉਹਨੂੰ ਖੂਹ 'ਚ ਸੁੱਟ ਦਿਓ, ਕੁੱਤਿਆਂ ਅੱਗੇ ਪਾ ਦਿਓ, ਉਹਨੂੰ ਕੋਈ ਇਤਰਾਜ਼ ਨਹੀਂ ਹੈਗਾ। ਉਸ ਨੂੰ ਕੋਈ ਵੀ ਇਤਰਾਜ਼ ਨਹੀਂ ਹੈਗਾ। ਉਹ ਨਹੀਂ ਕਹਿੰਦਾ ਉੱਠ ਕੇ ਵੀ ਮੈਨੂੰ ਸੰਸਕਾਰ ਕਿਉਂ ਕਰਨ ਲੱਗੇ ਜੇ, ਮੈਨੂੰ ਦਫਨਾ ਕਿਉਂ ਰਹੇ ਜੇ। ਇਵੇਂ ਹੀ ਨਿਮਰਤਾ ਵਾਲੇ ਬੰਦੇ ਦੀ, ਰੱਬ ਦੇ ਪਿਆਰੇ ਦੀ, ਬੰਦੇ ਦੀ ਇਹ ਨਿਸ਼ਾਨੀ ਹੈ ਕਿ ਉਹ ਹਮੇਸ਼ਾ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਬਣ ਕੇ ਰਹਿੰਦਾ। ਉਹ ਇਹ ਨਹੀਂ ਕਹਿੰਦਾ ਵੀ ਮੈਂ ਹੰਕਾਰ ਦੇ ਵਿੱਚ ਆਉਣਾ ਹੈ। ਹੋ ਸਭਨਾ ਕੀ ਰੇਣਕਾ, ਹੁਣ ਸਭ ਦੇ ਵਿੱਚ ਕਾਮ, ਕ੍ਰੋਧ, ਅਹੰਕਾਰ, ਲੋਭੀ ਬੰਦਾ ਵੀ ਆ ਜਾਂਦਾ ਹੈ। ਸਭਨਾ ਕੀ ਰੇਣਕਾ, ਸਾਰਿਆਂ ਦੀ ਰੇਣ ਬਣ ਕੇ ਰਹੇ। ਪਰ ਇਹ ਕੰਮ ਕੋਈ ਸੌਖਾ ਨਹੀਂ ਹੈਗਾ। ਇਹ ਕੰਮ ਇਹੋ ਜਿਹਾ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਚਾਓ ਸਿਰ ਧਾਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੈ। ਗੁਰਬਾਣੀ ਕਹਿੰਦੀ ਏ ਸੂਰ ਕੇ ਸਨਮੁਖ ਰਨ ਤੇ ਡਰ ਪਏ। ਹੁਣ ਬੰਦਾ ਜੰਗ ਵਿੱਚ ਲੜਨ ਵਾਸਤੇ ਗਿਆ, ਸਾਹਮਣੇ ਕੋਈ ਵੱਡਾ ਸੂਰਮਾ ਸੀ। ਉਸ ਵੱਡੇ ਸੂਰਮੇ ਨੂੰ ਵੇਖ ਕੇ ਤੇ ਜੰਗ ਦੇ ਮੈਦਾਨ ਵਿੱਚੋਂ ਛੱਡ ਕੇ ਆ ਗਿਆ, ਭੱਜ ਕੇ ਆ ਗਿਆ। ਸੋ ਉਸ ਬੰਦੇ ਨੂੰ ਲਾਹਣਤਾਂ ਹੀ ਪੈਣਗੀਆਂ ਨਾ, ਫਿਰ ਉਸ ਬੰਦੇ ਨੂੰ ਸ਼ਾਬਾਸ਼ੀ ਨਹੀਂ ਮਿਲੇਗੀ। ਇਵੇਂ ਹੀ ਮਨੁੱਖ ਜਿਹੜਾ ਏ ਇਹ ਕਹਿੰਦਾ ਮੈਂ ਰੱਬ ਨੂੰ ਮਿਲਣਾ ਹੈ, ਮੈਂ ਪਰਮਾਤਮਾ ਨੂੰ ਮਿਲਣਾ ਹੈ, ਮੈਂ ਪਰਮਾਤਮਾ ਨੂੰ ਵੇਖਣਾ ਚਾਹੁੰਦਾ ਹੈ। ਪਰ ਗੁਰਬਾਣੀ ਕਹਿੰਦੀ ਤੇਰੀ ਤਿਆਰੀ ਕੀ ਹੈ ਪਰਮਾਤਮਾ ਨੂੰ ਵੇਖਣ ਦੀ, ਰੱਬ ਨੂੰ ਵੇਖਣ ਦੀ ਤੇਰੀ ਤਿਆਰੀ ਕੀ ਹੈ? ਤੈਨੂੰ ਪਤਾ ਹੈ ਪਰਮਾਤਮਾ ਕਿਹੋ ਜਿਹਾ ਹੈ, ਕਿਹੋ ਜਿਹਾ ਨਹੀਂ। ਉਸ ਪਰਮਾਤਮਾ ਨੂੰ ਲੱਭਣ ਵਾਸਤੇ ਜੇ ਤੇਰੇ ਸਾਹਮਣੇ ਪ੍ਰਗਟ ਹੋ ਜਾਏਗਾ, ਜੇ ਤੇਰੇ ਸਾਹਮਣੇ ਆ ਵੀ ਜਾਵੇ, ਤੇ ਤੂੰ ਉਹਨੂੰ ਕਿਵੇਂ ਪਹਿਚਾਨੇਗਾ ਵੀ ਇਹ ਪਰਮਾਤਮਾ ਹੈ? ਕਿਉਂਕਿ ਉਹਦਾ ਕੋਈ ਚੱਕਰ ਚੇਨ ਨਹੀਂ ਹੈ, ਉਹਦੀ ਕੋਈ ਰੂਪ ਰੇਖਾ ਨਹੀਂ ਹੈ, ਉਹਦਾ ਕੋਈ ਚਿਹਰਾ ਨਹੀਂ ਹੈਗਾ। ਤੂੰ ਕਿਵੇਂ ਪਹਿਚਾਨੇਗਾ ਕਿ ਇਹ ਰੱਬ ਹੈ, ਇਹ ਪਰਮਾਤਮਾ ਹੈ? ਇਸ ਕਰਕੇ ਸਭ ਤੋਂ ਪਹਿਲਾਂ ਤੇਰੀ ਤਿਆਰੀ ਹੋਣੀ ਚਾਹੀਦੀ ਹੈ ਕਿ ਰੱਬ ਮਿਲਦਾ ਕਿਵੇਂ ਹੈ ਤੇ ਕਿਹੋ ਜਿਹਾ ਹੈ। ਅਸਲ ਦੇ ਵਿੱਚ ਪਰਮਾਤਮਾ ਦੀ ਬੋਲੀ ਜਿਹੜੀ ਹੈ ਉਹ ਹੈ ਪ੍ਰੇਮ, ਉਹ ਹੈ ਪਿਆਰ। ਤੇ ਜਿਹੜਾ ਮਨੁੱਖ ਸੰਸਾਰ ਦੇ ਵਿੱਚ ਆਪਣੇ ਹੀ ਭੈਣ ਭਰਾਵਾਂ ਦੇ ਨਾਲ ਬੁਰਾ ਵਿਵਹਾਰ ਕਰਦਾ ਹੈ, ਹੁਣ ਭੈਣ ਭਰਾ ਇੱਕੋ ਮਾਂ ਦੇ ਜਿਹੜੇ ਜਾਏ ਉਹ ਨਹੀਂ ਹੁੰਦੇ। ਅਸਲ ਦੇ ਵਿੱਚ ਸਾਰਾ ਸੰਸਾਰ ਹੀ ਸਾਡਾ ਕੁਝ ਲੱਗਦਾ ਹੈ, ਸਾਰਾ ਸੰਸਾਰ ਹੀ ਸਾਡਾ ਆਪਣਾ ਹੈ। ਜੇ ਅਸੀਂ ਕਹੀਏ ਵੀ ਸਾਡਾ ਸੰਸਾਰ ਕਿਵੇਂ ਹੋ ਗਿਆ, ਤੇ ਕਬੀਰ ਸਾਹਿਬ ਜੀਆਂ ਨੇ ਇਹ ਕਿਉਂ ਕਹਿ ਦਿੱਤਾ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਅਸੀਂ ਇਕੱਲੇ ਬੁਰੇ ਹਾਂ, ਬਾਕੀ ਸਾਰਾ ਸੰਸਾਰ ਚੰਗਾ ਹੈ, ਸਾਰੇ ਜੀਵ ਚੰਗੇ ਨੇ। ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਪਹਿਲਾਂ ਤਿਆਰੀ ਕਿਹੋ ਜੀ ਹੈ ਤੇਰੀ? ਪਹਿਲਾਂ ਤਿਆਰੀ ਇਹੋ ਜੀ ਕਰ ਕਿ ਜੇ ਤੂੰ ਸੰਸਾਰ ਦੇ ਵਿੱਚ ਪ੍ਰੇਮ ਨਾਲ ਰਹਿ ਸਕਿਆ ਤੇ ਤੈਨੂੰ ਇਉਂ ਲੱਗੇਗਾ ਵੀ ਸਾਰੇ ਸੰਸਾਰ ਦੇ ਵਿੱਚ ਭੈਣ ਭਰਾ ਦੁਖੀ ਜਿਹੜੇ ਨੇ, ਮੈਂ ਉਹਨਾਂ ਦੀ ਸਭ ਤੋਂ ਪਹਿਲਾਂ ਮਦਦ ਕਰਾਂ, ਸਹਾਇਤਾ ਕਰਾਂ। ਪਰ ਅਸੀਂ ਸਹਾਇਤਾ ਨਹੀਂ ਕਰਦੇ, ਸਗੋਂ ਉਹਨਾਂ ਨੂੰ ਵੇਖ ਕੇ, ਬੁਰੇ ਕੱਪੜੇ ਵਾਲੇ ਨੂੰ ਵੇਖ ਕੇ, ਨਿਬੜੇ ਹੋਏ ਬੰਦੇ ਨੂੰ ਵੇਖ ਕੇ ਅਸੀਂ ਨਫ਼ਰਤ ਕਰਨ ਲੱਗ ਪੈਂਦੇ ਹਾਂ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੁਝ ਹੋਰ ਹੀ ਕਰਦੇ ਨੇ। ਉਹ ਕੋੜੀ ਨੂੰ ਵੇਖਦੇ ਨੇ ਪਿੰਡ ਵਾਲੇ, ਉਸ ਕੋੜੀ ਨੂੰ ਪਿੰਡ ਚੋਂ ਬਾਹਰ ਕੱਢ ਦਿੰਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਾ ਕੇ ਉਸ ਕੋੜੀ ਨੂੰ ਜੱਫੀ ਪਾ ਲੈਂਦੇ ਨੇ ਵੀ ਤੂੰ ਮੇਰਾ ਆਪਣਾ ਹੈ, ਤੂੰ ਮੇਰਾ ਭਰਾ ਹੈ, ਤੂੰ ਮੇਰਾ ਆਪ ਦਾ, ਸਾਡਾ ਭਰਾਵਾਂ ਦਾ ਤੇਰਾ ਰਿਸ਼ਤਾ ਹੈ ਸਾਡੇ ਨਾਲ, ਤੂੰ ਮੇਰਾ ਪੁੱਤਰ ਹੈ, ਸਭ ਕੁਝ ਮੇਰਾ ਲੱਗਦਾ। ਇਹੋ ਫਰਕ ਹੈ ਸਿਰਫ, ਜਿਸ ਬੰਦੇ ਨਾਲ ਅਸੀਂ ਨਫ਼ਰਤ ਕਰਦੇ ਹਾਂ ਕੱਪੜੇ ਕਰਕੇ, ਤਨ ਦੀ ਸੁਹੱਪਣ ਕਰਕੇ, ਤਨ ਦੀ ਕਰੂਪਤਾ ਕਰਕੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨੂੰ ਗੱਲ ਨਾਲ ਲਾ ਲੈਂਦੇ ਨੇ। ਸਿਰਫ ਫਰਕ ਇੰਨਾ ਕਿ ਹੈ ਕਿ ਅਸੀਂ ਕੱਪੜੇ ਦੇ ਨਾਲ ਮਨੁੱਖ ਨੂੰ ਵੇਖਦੇ ਹਾਂ ਕਿ ਜਿੰਨਾ ਸੋਹਣਾ ਕੱਪੜਾ ਓਨਾ ਸੋਹਣਾ ਉਹਦਾ ਕੰਮ, ਓਨਾ ਕਾਰਜ ਵਿਹਾਰ। ਗੁਰੂ ਨਾਨਕ ਸਾਹਿਬ ਦਿਲ ਨੂੰ ਵੇਖਦੇ ਨੇ ਕਿ ਕੰਮਕਾਰ ਕਰਦੇ ਵਾਲੇ ਕੱਪੜਿਆਂ ਦੇ ਨਾਲ
ਮਲੀਨ ਲੱਗ ਹੀ ਜਾਂਦੀ ਹੈ। ਹੁਣ ਕੰਮ ਕਰਨ ਵਾਲਾ ਬੰਦਾ ਜਿਹੜਾ ਉਹਦੇ ਕੱਪੜੇ ਮਲੀਨ ਹੋ ਹੀ ਜਾਂਦੇ ਨੇ, ਪਰ ਇਹ ਜ਼ਰੂਰੀ ਨਹੀਂ ਕਿ ਜਿਹਦੇ ਕੱਪੜੇ ਮੈਲੇ ਨੇ ਤੇ ਉਹਦਾ ਅੰਦਰ ਵੀ ਮੈਲਾ ਹੋਵੇ। ਪਰ ਇਹ ਤਾਂ ਬਿਲਕੁਲ ਕਹਾਵਤ ਸੱਚ ਹੈ ਕਿ ਜਦੋਂ ਵੀ ਕਿਸੇ ਨੇ ਕਿਸੇ ਮਨੁੱਖ ਨੂੰ ਲੁੱਟਿਆ, ਉਹਦੇ ਕੱਪੜੇ ਦੀ ਚਟਿਆਈ ਨੇ, ਉਹਦੇ ਕੱਪੜੇ ਦੀ ਪਵਿੱਤਰਤਾ ਨੇ ਲੁੱਟਿਆ ਹੈ, ਉਹਦੇ ਕੱਪੜੇ ਦੇ ਸੁਹੱਪਣ ਨੇ ਲੁੱਟਿਆ ਹੈ। ਕਿ ਉਸ ਸੁਹੱਪਣ ਨੂੰ ਵੇਖ ਕੇ ਕਿਸੇ ਨੇ ਕਹਿ ਦਿੱਤਾ ਮੈਂ ਤੁਹਾਡੇ ਬੱਚੇ ਨੂੰ ਨੌਕਰੀ ਦਵਾ ਦੇਵਾਂਗਾ, ਮੈਨੂੰ ਇਹਦੇ ਵਿੱਚੋਂ ਇੰਨੀ ਵੱਡੀ ਚਾਹੀਦੀ, ਅਸੀਂ ਹੱਸ ਕੇ ਦੇ ਦਿੱਤੀ। ਤੁਹਾਡੇ ਬੱਚੇ ਨੂੰ ਚੰਗੀ ਨੌਕਰੀ ਦਵਾ ਸਕਦਾ ਹੈ, ਅਸੀਂ ਉਤਨਾ ਕਦੀ ਕਿਸੇ ਨੂੰ ਰੁਪਈਆ ਨਹੀਂ ਦਿੰਦੇ, ਪਰ ਅਸੀਂ ਉਸ ਚਿੱਟੇ ਕੱਪੜੇ ਵਾਲੇ ਨੂੰ ਆਖਿਆ ਵੀ ਇਹ ਲੈ ਵੱਡੀ ਲੈ ਲੈ, ਇੰਨੇ ਪੈਸੇ ਲੈ ਲੈ, ਸਾਡੇ ਬੱਚੇ ਨੂੰ ਚੰਗੀ ਨੌਕਰੀ ਦਵਾ ਦੇ, ਸਾਡੇ ਬੱਚੇ ਦਾ ਚੰਗਾ ਸਾਗ ਕਰਵਾ ਦੇ, ਚੰਗੀ ਥਾਂ ਤੇ ਜਗ੍ਹਾ ਤੇ ਸਾਗ ਕਰਵਾ ਦੇ। ਉਹ ਸਾਨੂੰ ਲੁੱਟ ਕੇ ਲੈ ਗਿਆ ਚਿੱਟੇ ਕੱਪੜੇ ਦੇ ਵਿੱਚ। ਸਾਧਾਂ ਦੇ ਵਿੱਚ ਵੀ ਇਹੋ ਜਿਹੇ ਵੇਸ ਆ ਗਏ, ਹੁਣ ਸਾਧਾਂ ਦੇ ਵਿੱਚ ਵੀ, ਧਾਰਮਿਕ ਦੁਨੀਆ ਦੇ ਵਿੱਚ ਵੀ ਉਹ ਲੁੱਟ ਕੇ ਲੈ ਗਏ। ਸੋ ਕਹਿਣ ਲੱਗੇ ਕਿ ਇਸੇ ਤਰੀਕੇ ਦੇ ਨਾਲ ਉਸ ਦੀ ਕੋਈ ਠਾਂ ਨਹੀਂ ਹੁੰਦੀ ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਹੈ, ਗੁਰਮੁਖਾਂ ਦੀ ਨਿੰਦਿਆ ਕਰਦਾ ਹੈ, ਉਹ ਭਟਕਦਾ ਹੀ ਰਹਿੰਦਾ ਹੈ, ਫਿਰ ਉਹਦਾ ਕੋਈ ਕਾਜ ਨਹੀਂ ਸਵਾਰਦਾ। ਸੰਤ ਕੇ ਦੁਖੀ ਕੋ ਉਦਿਆਨ ਫਰਮਾਈਏ, ਕਹਿੰਦੇ ਜਿਵੇਂ ਜੰਗਲ ਦੇ ਵਿੱਚ ਭਟਕਿਆ ਹੋਇਆ ਮਨੁੱਖ, ਉਹਨੂੰ ਰਸਤਾ ਨਹੀਂ ਲੱਭਦਾ ਤੇ ਉਹ ਅੱਧ ਵਾਟੇ ਪਹਿਲਾਂ ਇੱਧਰ ਜਾਂਦਾ ਹੈ, ਉਥੋਂ ਉਹਨੂੰ ਰਸਤਾ ਨਹੀਂ ਮਿਲਿਆ, ਫੇਰ ਵਾਪਸ ਆ ਗਿਆ, ਉਹ ਭਟਕਦਾ ਹੀ ਰਹਿੰਦਾ ਹੈ। ਫਿਰ ਉਦਿਆਨ ਦਾ ਅਰਥ ਹੁੰਦਾ ਹੈ ਜੰਗਲ। ਇਵੇਂ ਸੰਸਾਰ ਦੇ ਵਿੱਚ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ ਬੰਦਾ, ਰੱਬ ਦੀ ਨਿੰਦਿਆ ਕਰਨ ਵਾਲਾ ਬੰਦਾ, ਰੱਬ ਨੂੰ ਮਾੜਾ ਆਖਣ ਵਾਲਾ ਜਾਂ ਸੰਸਾਰ ਦੇ ਜੀਵਾਂ ਨੂੰ ਬੁਰਾ ਆਖਣ ਵਾਲਾ ਬੰਦਾ ਇੱਕ ਜੰਗਲ, ਭਿਆਨਕ ਜੰਗਲ ਦੇ ਵਿੱਚ ਭਟਕਦਾ ਪਿਆ ਹੈ। ਸੰਸਾਰ ਦੇ ਵਿੱਚ ਉਹਨੂੰ ਰਸਤਾ ਲੱਭ ਕੋਈ ਨਹੀਂ ਰਿਹਾ, ਉਹ ਸਫਲ ਹੋ ਰਿਹਾ ਹੈ, ਅਸਫਲ ਹੋ ਰਿਹਾ ਹੈ, ਸਫਲਤਾ ਉਹਦੇ ਤੱਕ ਪਹੁੰਚ ਨਹੀਂ ਰਹੀ ਤੇ ਉਹ ਜੰਗਲ ਦੇ ਵਿੱਚ ਭਟਕਦਾ ਪਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਸੰਤ ਕਾ ਦੁਖੀ ਉਜੜ ਪਾਈਏ। ਉਜੜ ਦਾ ਅਰਥ ਹੁੰਦਾ ਹੈ ਜਿੱਥੇ ਕੋਈ ਨੂੰ ਰਾਹ ਨਾ ਲੱਭ ਸਕੇ, ਉਜੜ ਮਾਰਗ, ਜਿੱਥੇ ਉਹਨੂੰ ਕੋਈ ਸਫਲਤਾ ਨਾ ਮਿਲ ਸਕੇ। ਸੋ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ ਬੰਦਾ ਵੀ ਇਵੇਂ ਹੀ ਹੈ, ਉਹ ਹਮੇਸ਼ਾ ਉਜੜ ਰਾਹ ਤੇ ਚੱਲਦਾ ਰਹਿੰਦਾ ਹੈ। ਤੇ ਸੰਤ ਕਾ ਦੋਖੀ ਅੰਤਰ ਤੇ ਥੋਥਾ, ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ ਬੰਦਾ ਹੋਵੇ, ਅਸਲ ਦੇ ਵਿੱਚ ਅੰਦਰੋਂ ਖਾਲੀ ਹੁੰਦਾ ਹੈ। ਥੋਥਾ ਦਾ ਅਰਥ ਕੀ ਹੁੰਦਾ ਹੈ? ਖਾਲੀ। ਖਾਲੀ ਕਿੰਨਾ ਕੁ ਹੁੰਦਾ ਹੈ? ਜੋ ਸਾਸ ਬਿਨਾ ਮਿਰਤਕ ਕੀ ਲੋਥਾ, ਇੰਨਾ ਜ਼ਿਆਦਾ ਖਾਲੀ ਹੁੰਦਾ ਹੈ। ਹੁਣ ਸਾਸ ਤੋਂ ਬਿਨਾ ਦੇਹੀ ਦੀ ਕੀ ਹੈ? ਆ ਦੇਹੀ ਦੇ ਵਿੱਚ ਦਿਲ ਹੈ, ਦਿਮਾਗ ਹੈ, ਕਿੰਨਾ ਕੁਛ ਇਸ ਦੇਹੀ ਦੇ ਵਿੱਚ, ਬਹੁਤ ਕੁਝ ਇਸ ਦੇਹੀ ਦੇ ਵਿੱਚ। ਪਰ ਕਹਿੰਦੇ ਨੇ ਇੱਕੋ ਇੱਕ ਜਿਹੜੀ ਸਾਹ, ਜਿਹੜੀ ਆਕਸੀਜਨ, ਜਿਹੜੀ ਸਾਹ ਪ੍ਰਣਾਲੀ ਹੈ, ਉਹ ਬੰਦ ਹੋ ਜਾਵੇ, ਸਾਹ ਆਉਣਾ ਇਹਨੂੰ ਬੰਦ ਹੋ ਜਾਵੇ, ਨਾ ਦਿਲ ਦੀ ਕੀਮਤ ਰਹਿੰਦੀ ਹੈ, ਨਾ ਸਰੀਰ ਦੀ ਕੀਮਤ ਰਹਿੰਦੀ ਹੈ, ਕੁਛ ਵੀ ਨਹੀਂ ਕੀਮਤ ਰਹਿੰਦੀ। ਇਹਦਾ ਸੰਸਕਾਰ ਹੀ ਕੀਤਾ ਜਾਂਦਾ, ਉਸ ਤੋਂ ਬਾਅਦ ਸਾੜ ਦਿੱਤਾ ਜਾਂਦਾ ਹੈ। ਕਹਿੰਦੇ ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ ਬੰਦਾ ਨਾ, ਉਹ ਇੰਨਾ ਕੁ ਜ਼ਿਆਦਾ ਖਾਲੀ ਹੈ ਕਿ ਜਿਵੇਂ ਸਾਸ ਤੋਂ ਬਿਨਾ ਮਿਰਤਕ ਕੀ ਲੋਥਾ, ਜਿਵੇਂ ਬਿਨਾ ਸਾਹਾਂ ਤੋਂ ਮਿਰਤਕ ਦੀ ਲਾਸ਼ ਹੋਵੇ, ਮਿਰਤਕ ਸਰੀਰ ਦਾ ਪਿਆ ਹੋਵੇ ਸਰੀਰ ਸਾਡੇ ਸਾਹਮਣੇ, ਉਹਦੀ ਕੋਈ ਕੀਮਤ ਨਹੀਂ ਹੈਗੀ, ਹੁਣ ਉਹ ਬਿਲਕੁਲ ਬੇਕਾਰ ਹੋ ਚੁੱਕਾ ਹੈ। ਤੇ ਸੰਤ ਦਾ ਦੋਖੀ ਇਵੇਂ ਬੰਦਾ ਕਿ ਜਿਵੇਂ ਸਾਹਮਣੇ ਕੋਈ ਮਿਰਤਕ ਸਰੀਰ ਪਿਆ ਹੋਵੇ, ਅੰਦਰੋਂ ਬਿਲਕੁਲ ਖਾਲੀ। ਤੇ ਅੰਦਰੋਂ ਖਾਲੀ ਬੰਦੇ ਨਿੰਦਿਆ ਕਰਦੇ ਨੇ, ਅੰਦਰੋਂ ਖਾਲੀ ਹੋਏ ਬੰਦੇ ਜਿਹੜੇ ਨੇ ਉਹ ਨਿੰਦਿਆ ਕਰਦੇ ਨੇ। ਕਬੀਰ ਸਾਹਿਬ ਸੱਚੇ, ਉਹਨਾਂ ਨੇ ਰਾਮ ਰਾਮ ਦੀ ਰੱਟ ਲਾਈ, ਰੱਬ ਦਾ ਨਾਮ ਜਪਿਆ। ਤੇ ਸਿਕੰਦਰ ਲੋਧੀ ਕਹਿੰਦਾ ਵੀ, ਕਹਿੰਦਾ ਤੂੰ ਰਾਮ ਰਾਮ ਕਿਉਂ ਜਪਦਾ? ਕਹਿੰਦਾ ਤੂੰ ਅੱਲੋ ਅੱਲਾ ਕਿਉਂ ਜਪਦਾ ਨਹੀਂ? ਉਹ ਕਹਿੰਦਾ ਵੀ ਇਹ ਤਾਂ ਮਨ ਭਾਉਂਦਾ ਸ਼ਬਦ ਹੈ ਰੱਬ, ਇਹ ਤਾਂ ਪ੍ਰੇਮ ਦੇ ਨਾਲ ਹੈ। ਕਿਸੇ ਨੇ ਅੱਲਾ ਅੱਲਾ ਕਰਕੇ ਪਾਲਿਆ, ਕਿਸੇ ਨੇ ਵਾਹਿਗੁਰੂ ਵਾਹਿਗੁਰੂ ਕਰਕੇ ਪਾਲਿਆ, ਕਿਸੇ ਨੇ ਰਾਮ ਰਾਮ ਕਹਿ ਕੇ ਪਾਲਿਆ ਪਰਮਾਤਮਾ। ਪਰ ਇਹ ਤਾਂ ਕੋਈ ਜ਼ਬਰਦਸਤੀ ਨਹੀਂ ਨਾ ਹੈਗੀ ਵੀ ਰੱਬ ਨੂੰ ਜੇ ਤੂੰ ਕਹੇਗਾ ਮੈਂ ਅੱਲਾ ਕਹਾਂ, ਹੈ ਤਾਂ ਉਹੀ ਹੈ, ਪਰ ਤੇਰੇ ਤੋਂ ਡਰ ਕੇ ਮੈਂ ਅੱਲਾ ਕਹਾਂ, ਤੇ ਫਿਰ ਇਹ ਪ੍ਰੀਤ ਕਿਹੋ ਜਿਹੀ ਹੋਈ? ਇਹ ਪ੍ਰੀਤ ਕਿਹੋ ਜਿਹੀ ਹੋਈ? ਉਹ ਕਹਿੰਦੇ ਵੀ ਚੱਲ ਫਿਰ ਜੇ ਤੂੰ ਮੰਨਦਾ ਨਹੀਂ ਨਾ, ਤੈਨੂੰ ਫਿਰ ਹਾਥੀ ਅੱਗੇ ਸੁੱਟਦੇ ਆ। ਤੈਨੂੰ ਉਹਨਾਂ ਨੇ ਕੀ ਕੀਤਾ? ਜੰਜੀਰਾਂ ਦੇ ਵਿੱਚ ਬੰਨਿਆ ਕਬੀਰ ਸਾਹਿਬ ਜੀ ਨੂੰ, ਬੰਨ ਕੇ ਤੇ ਗੰਗਾ ਦੇ ਵਿੱਚ ਸੁੱਟ ਦਿੱਤਾ। ਕਬੀਰ ਸਾਹਿਬ ਜੀ ਦੀ ਬਾਣੀ ਵਿੱਚ ਖੁਦ ਉਹਨਾਂ ਨੇ ਲਿਖਿਆ, ਗੰਗ ਗੁਸਾਏ